ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕੋਟਾਨ ਕੋਟਾਨ ਸ਼ੁਕਰਾਨਾ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦਾ। ਗੁਰਦੇਵ ਜੀ ਦੀ ਕਿਰਪਾ ਅਨੁਸਾਰ ਅੱਜ ਆਪਾਂ ਇੱਕ ਬੜਾ ਹੀ ਪਿਆਰਾ ਸ਼ਬਦ ਵਿਚਾਰ ਕਰਾਂਗੇ, ਜਿਹੜਾ ਹੈ ਹੋਣਹਾਰ। ਹੋਣਹਾਰ ਕੀ ਹੁੰਦਾ ਹੈ? ਹੋਣਹਾਰ ਹੁੰਦੀ ਹੈ ਤਕਦੀਰ, ਜਿਹੜੀ ਗੱਲ ਜੋ ਅਵਸ਼ ਹੋ ਕੇ ਰਹਿੰਦੀ ਆ। ਸਾਡੇ ਚਾਹੁਣ ਦੇ ਨਾਲ ਬਹੁਤ ਸਾਰਾ ਕੁਛ ਸੰਸਾਰ ਵਿੱਚ ਐਸਾ ਜਿਹੜਾ ਸਾਡੇ ਚਾਹੁਣ ਦੇ ਨਾਲ ਨਹੀਂ ਹੁੰਦਾ ਹੈਗਾ, ਜੋ ਅਸੀਂ ਸੋਚਿਆ ਵੀ ਨਹੀਂ ਹੁੰਦਾ ਹੈਗਾ, ਪਰ ਉਹ ਹੋ ਕੇ ਰਹਿੰਦਾ ਆ। ਇਸ ਨੂੰ ਮਹਾਰਾਜ ਕਹਿੰਦੇ ਨੇ, ਭਾਈ ਇਹ ਹੋਣਹਾਰ ਆ, ਇਹ ਤੇਰੀ ਤਕਦੀਰ ਆ, ਇਹੋ ਤੇਰੀ ਪਰਾਲਬਧ ਆ। ਇਸ ਚੀਜ਼ਾਂ ਨੇ ਹੋ ਕੇ ਹੀ ਰਹਿਣਾ ਆ। ਅਤੇ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਸਾਨੂੰ ਇਸ ਦੇ ਉੱਤੇ ਬਹੁਤ ਸਾਰਾ ਕੁਛ ਸਮਝਾਇਆ ਕਿ ਤੂੰ ਨਾ ਬਿਨਾਂ ਮਤਲਬ ਦੀ ਚਿੰਤਾ ਦੇ ਵਿੱਚ ਨਾ ਰਿਹਾ ਕਰ, ਬਿਨਾਂ ਮਤਲਬ ਦੇ ਝੋਰਿਆਂ ਦੇ ਵਿੱਚ ਨਾ ਰਿਹਾ ਕਰ, ਬਿਨਾਂ ਮਤਲਬ ਦੀ ਤੂੰ ਐਨਰਜੀ ਨਾ ਵੇਸਟ ਨਾ ਕਰਦਾ ਰਿਹਾ ਕਰ, ਅਤੇ ਆਪਦੇ ਆਪ ਨੂੰ ਸੰਭਾਲਣਾ ਕਰਿਆ ਕਰ, ਆਪਦੀ ਊਰਜਾ ਨੂੰ ਸੰਭਾਲ ਕੇ ਚੰਗੇ ਪਾਸੇ ਨੂੰ ਲਗਾਇਆ ਕਰ। ਉਹਨਾਂ ਦਾ ਇੱਕ ਸ਼ਬਦ ਆ ਦੇਵਗੰਧਾਰੀ ਰਾਗ ਦੇ ਵਿੱਚ, ਉਹ ਕਹਿੰਦੇ ਕਿ ਮਾਈ ਹੋਣਹਾਰ ਸੋ ਹੋਈ ਹੈ, ਹੋਈ ਐੜੇ ਦਾ ਲਾਮਾ ਐ, ਭਾਵ ਹੋ ਕੇ ਹੀ ਰਹਿੰਦਾ। ਜੋ ਹੋਣਾ ਨਾ, ਹੋਣਹਾਰ ਹੋਣ ਵਾਲੀ ਗੱਲ ਉਹ ਹੋ ਕੇ ਹੀ ਰਹਿੰਦੀ ਆ। ਅਤੇ ਇਸ ਇਨਸਾਨ ਦੀ ਜਿਹੜੀ ਸੋਚ ਆ, ਇਹ ਦੁਖੀ ਕਿਉਂ ਹੁੰਦਾ? ਇਹ ਇਨਸਾਨ ਆਪਦੀ ਸਮਝ ਕਰਕੇ, ਆਪਦੀਆਂ ਇੱਛਾਵਾਂ ਕਰਕੇ, ਆਪਦੇ ਹਾਲਾਤਾਂ ਦੇ ਨਾਲ ਬਿਨਾਂ ਮਤਲਬ ਤੋਂ ਇੱਕ ਬਹਿਸ ਕਰਦਾ ਰਹਿੰਦਾ ਅਤੇ ਉਹਨਾਂ ਦੇ ਨਾਲ ਝਗੜਦਾ ਰਹਿੰਦਾ। ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਕਿ ਮਾਈ ਦਾ ਮਤਲਬ ਹੋ ਗਿਆ, ਮਾਈ ਮਤਲਬ ਸਾਨੂੰ ਸਮਝਾਉਣ ਦੇ ਵਾਸਤੇ ਜਿਹੜੀ ਸਾਡੀ ਮੱਤ ਆ, ਮੱਤ ਨੂੰ ਮਾਈ ਕਹਿੰਦੇ ਆ। ਮਹਾਰਾਜ ਕਹਿੰਦੇ ਵੀ ਮਾਤਾ ਮੱਤ, ਕਿ ਇਹ ਮੱਤ ਸਮਝ ਲਵੇ ਕਿ ਜੋ ਹੋਣਾ ਨਾ ਉਹ ਹੋ ਕੇ ਹੀ ਰਹਿੰਦਾ। ਪਰ ਤੂੰ ਬਾਹਲਾ ਫਿਕਰ ਨਾ ਕਰਿਆ ਕਰ, ਜ਼ਿੰਦਗੀ ਦੇ ਵਿੱਚ ਤੂੰ ਬਾਹਲੀਆਂ ਨਾ ਝੋਰੇ ਨਾ ਕਰਿਆ ਕਰ, ਚਿੰਤਾ ਕਰਕੇ ਆਪਦੇ ਆਪ ਨੂੰ ਡਿਪਰੈਸ਼ਨ ਨਾ ਕਰਿਆ ਕਰ। ਰਾਚ ਰਹਿਓ ਰਚਨਾ ਪ੍ਰਭ ਆਪਣੀ। ਅਕਾਲ ਪੁਰਖ ਵਾਹਿਗੁਰੂ ਆ ਜਿਹੜਾ, ਉਹ ਆਪਦੀ ਰਚਨਾ ਦੇ ਵਿੱਚ ਰਚਿਆ ਹੋਇਆ। ਵਾਹਿਗੁਰੂ ਜੀ ਆਪਦੀ ਰਚਨਾ ਦੇ ਵਿੱਚ ਰਚੇ ਹੋਣ ਕਰਕੇ ਫਿਰ ਕਹਾ ਲਾਭ ਕਹਾਂ ਖੋਈ ਹੈ। ਰਾਚ ਰਹਿਓ, ਜਿਹੜਾ ਅਕਾਲ ਪੁਰਖ ਪਰਮਾਤਮਾ ਇਸ ਸੰਸਾਰ ਦੇ ਵਿੱਚ ਰਚਿਆ ਹੋਇਆ, ਰਾਚ ਰਹਿਓ ਰਚਨਾ ਦੇ ਵਿੱਚ, ਜਿਹੜਾ ਖੇਲ ਅਖੇਲ ਖੇਲਨ ਅੰਤ ਕਉ ਫਿਰ ਏਕ, ਜਿਹੜਾ ਇਹ ਪਰਮਾਤਮਾ ਨੇ ਇੱਕ ਖੇਲ ਬਣਾਇਆ ਹੋਇਆ, ਇਹ ਤਮਾਸ਼ਾ ਬਣਾਇਆ ਹੋਇਆ, ਉਹਦੇ ਵਿੱਚ ਉਹ ਖੇਲ ਦੇ ਵਿੱਚ ਖੇਲ ਆ, ਖੇਲ ਦੇ ਵਿੱਚ ਖੇਲਦਾ ਆ, ਪਰ ਆਪ ਉਹ ਅਖੇਲ ਆ। ਜਦੋਂ ਉਹ ਪਰਮਾਤਮਾ ਦਾ ਇਹ ਇੱਕ ਖੇਲ ਬਣਾਇਆ ਹੋਇਆ ਰਚਨਾ ਆ ਉਹਦੀ, ਪ੍ਰਭ ਆਪਣੀ ਕਹਾਂ ਲਾਭ ਕਹਾਂ ਖੋਈ ਹੈ। ਪਰ ਤੂੰ ਬਿਨਾਂ ਮਤਲਬ ਤੋਂ ਹੀ ਦੁਖੀ ਹੋਈ ਜਾਂਦਾ, ਤੂੰ ਬਿਨਾਂ ਮਤਲਬ ਤੋਂ ਹੀ ਨਫਾ ਹੋ ਗਿਆ ਤਾਂ ਖੁਸ਼ ਹੋ ਜਾਂਦਾ, ਜੇ ਕੋਈ ਮਾੜਾ ਮੋਟਾ ਘਾਟਾ ਪੈ ਗਿਆ ਤਾਂ ਤੂੰ ਦੁਖੀ ਹੋਣ ਲੱਗ ਜਾਂਦਾ। ਮਹਾਰਾਜ ਕਹਿੰਦੇ ਭਾਈ ਇੱਦਾਂ ਨਾ ਕਰਿਆ ਕਰ, ਤੂੰ ਸਾਨੂੰ ਸਮਝਾਉਂਦੇ ਆ ਵੀਰ, ਇੱਦਾਂ ਨਾ ਕਰਿਆ ਕਰ। ਹੋਣਹਾਰ ਸੋ ਹੋਈ ਹੈ, ਹੋ ਕੇ ਹੀ ਰਹਿੰਦਾ। ਦੇਖ ਤੇਰੇ ਸੁਭਾਅ ਦੇ ਵਿੱਚ ਕੀ ਹੁੰਦਾ, ਕਹਿ ਫੁੱਲ ਹੈ ਆਨੰਦ ਵਿਖੇ ਸੋਗ। ਅਤੇ ਕਦੇ ਕਦੇ ਮੈਂ ਤੈਨੂੰ ਦੇਖਦਾ, ਤੂੰ ਵਿਖਿਆਂ ਦੇ ਵਿੱਚ ਆਨੰਦਿਤ ਹੋ ਕੇ ਫੁੱਲ ਕੇ ਭਾਵ ਬਹਿਣਾ, ਤੂੰ ਵਾਸ਼ਨਾਵਾਂ ਦੇ ਵਿੱਚ, ਕਾਮਨਾਵਾਂ ਦੇ ਵਿੱਚ ਫਸ ਕੇ ਆਨੰਦਿਤ ਹੋ ਕੇ, ਵਿਖਿਆਂ ਦੇ ਵਿੱਚ, ਚਿੱਕੜ ਦੇ ਵਿੱਚ, ਗਾਰੇ ਦੇ ਵਿੱਚ ਤੂੰ ਲਿਬੜ ਕੇ ਫੁੱਲ ਕੇ ਬਹਿਣਾ ਹੈ ਨਾ। ਅਤੇ ਸੋਗ, ਕਦੇ ਤੂੰ ਸੋਗ ਦੇ ਵਿੱਚ, ਗਮ ਦੇ ਵਿੱਚ ਦੁਖੀ ਹੁੰਦਾ ਮੈਂ ਤੈਨੂੰ ਦੇਖਦਾ। ਕਬ ਹਸਨੋ ਕਬ ਰੋਈ ਹੈ। ਚਾਰ ਪਦਾਰਥ ਤੈਨੂੰ ਮਿਲ ਜਾਂਦੇ ਨੇ, ਤੇਰੇ ਕੋਲ ਥੋੜ੍ਹਾ ਜਿਹਾ ਧਨ ਵੱਧ ਹੋ ਜਾਂਦਾ ਅਤੇ ਤੂੰ ਹੱਸਣ ਲੱਗ ਜਾਂਦਾ। ਮਾਟੀ ਕੋ ਪੁੱਤਰਾ ਕੈਸੇ ਨਚਤ ਹੈ ਨਾ, ਮਾਇਆ ਗਈ ਤਬ ਰੋਵਨ ਲੱਗਤਾ ਹੈ ਨਾ। ਇਹਦਾ ਸੁਭਾਅ ਆ, ਇਹ ਬੰਦੇ ਦਾ ਸੁਭਾਅ ਆ। ਮਹਾਰਾਜ ਕਹਿੰਦੇ ਨੇ ਕਿ ਕਬ ਹਸਨੋ ਕਬ ਰੋਈ ਹੈ, ਅਤੇ ਜੇ ਥੋੜ੍ਹਾ ਜਿਹਾ ਨੁਕਸਾਨ ਹੋ ਗਿਆ ਤਾਂ ਇਹ ਰੋਣ ਲੱਗ ਜਾਂਦਾ। ਇਹ ਇਨਸਾਨ ਦੇ ਸੁਭਾਅ ਦੇ ਉੱਤੇ ਛਾਪੀਆਂ ਹੋਈਆਂ ਚੀਜ਼ਾਂ ਨੇ। ਮਹਾਰਾਜ ਕਹਿੰਦੇ ਨੇ ਕਿ ਕਬਹੂ ਹੁੰਦਾ ਕਦੇ ਕਬਹੂ ਮੈਲ ਭਰੇ ਅਭਿਮਾਨੀ, ਕਦੇ ਇਹ ਮੈਲ ਦੇ ਵਿੱਚ, ਹੰਕਾਰ ਦੀ, ਅਭਿਮਾਨ ਦੀ ਮੈਲ ਦੇ ਵਿੱਚ
ਤੇ ਇਹ ਅਭਿਮਾਨੀ ਹੋ ਕੇ ਬਹਿੰਦਾ ਤੇ ਮੈਂ ਇਸ ਨੂੰ ਦੇਖਦਾ ਕਬ ਸਾਧੂ ਸੰਗਤ ਹੋਈ ਹੈ। ਫਿਰ ਕਿਤੇ ਸਾਰਾ ਕੁਝ ਬਣਿਆ ਬਣਾਇਆ ਛੱਡ ਕੇ ਸਾਧੂਆਂ ਦੀ ਸ਼ਰਨ ਵਿੱਚ ਚਲਾ ਜਾਂਦਾ। ਕੋਏ ਨਾ ਮਿਟੈ ਪ੍ਰਭ ਕਾ ਕੀਆ, ਭਾਈ ਧਿਆਨ ਰੱਖ ਜੋ ਪਰਮਾਤਮਾ ਨੇ ਤੇਰੇ ਮੱਥੇ 'ਤੇ ਲਿਖਿਆ। ਅਸੀਂ ਇੱਕ ਬਾਣੀ 'ਚ ਐਗਜ਼ਾਮਪਲ ਲੈਂਦੇ ਹਾਂ। ਬਾਬਾ ਜੀ ਕਹਿੰਦੇ ਨੇ ਕਿ ਜਨਮੇ ਕੋ ਬਾਜੇ ਵਧਾਏ। ਇੱਕ ਬੱਚਾ ਜਨਮ ਲੈਂਦਾ, ਮਹਾਰਾਜ ਕਹਿੰਦੇ ਵੀ ਉਹਦਾ ਜਿਹੜਾ ਸਕੈਜੂਅਲ ਆ ਉਹ ਪਰਮਾਤਮਾ ਨੇ ਲਿਖ ਕੇ ਦਿੱਤਾ ਹੋਇਆ ਪਹਿਲਾਂ। ਇੱਕ ਬੱਚਾ ਜਨਮ ਲੈਂਦਾ, ਜਨਮ ਦੇ ਉੱਤੇ ਜਨਮੇ ਕੋ ਬਾਜੇ ਵਧਾਏ। ਇਨਸਾਨ ਆ ਜਿਹੜਾ ਖੁਸ਼ੀ ਕਰਦਾ, ਢੋਲ ਵਜਾਉਂਦਾ, ਬਾਜੇ ਵਜਾਉਂਦਾ, ਹੈ ਨਾ। ਧਿਆਨ ਰੱਖਣ ਦੀ ਗੱਲ ਆ। ਮਹਾਰਾਜ ਸਾਨੂੰ ਇੱਕ ਉਹ ਡੂੰਘੀ ਸਮਝ ਦੇ ਰਹੇ ਨੇ ਕਿ ਜੀਵਨ ਦੇ ਵਿੱਚ ਤੂੰ ਬੇਪਰਵਾਹ ਹੋ ਕੇ ਕਿੱਦਾਂ ਰਹਿਣਾ, ਹੈ ਨਾ, ਅਤੇ ਜੀਵਨ ਦੇ ਵਿੱਚ ਤੂੰ ਚਿੰਤਾ ਤੋਂ ਬਚ ਕੇ ਕਿੱਦਾਂ ਰਹਿਣਾ। ਮਹਾਰਾਜ ਕਹਿੰਦੇ ਨੇ ਕਿ ਜਨਮੇ ਕੋ ਬਾਜੇ ਵਧਾਏ। ਇੱਕ ਨੇ ਬੱਚਾ ਜਨਮਿਆ, ਬਹੁਤ ਸਾਰੇ ਬਾਜੇ ਵਧਾਏ। ਜਨਮੇ ਕੋ ਬਾਜੇ ਵਧਾਏ, ਸੋਹਿਲੜੇ ਅਗਿਆਨੀ ਗਾਏ। ਗੀਤ ਗਾਏ, ਸੋਹਿਲੜੇ ਗਾਏ। ਜਨਮਣ ਦੇ ਉੱਤੇ, ਬੱਚੇ ਦੇ ਜਨਮਣ ਦੇ ਉੱਤੇ ਬੰਦਿਆਂ ਨੇ, ਲੋਕਾਂ ਨੇ ਗੀਤ ਗਾਏ, ਸੋਹਿਲੇ ਗਾਏ। ਮਹਾਰਾਜ ਕਹਿੰਦੇ ਨੇ ਵੀ ਜੋ ਜਨਮੇ ਸੋ ਸਰ ਪਰ ਮਰਨਾ। ਸਰ ਪਰ ਦਾ ਮਤਲਬ ਹੁੰਦਾ ਡੈਫੀਨੇਟਲੀ, ਯਕੀਨਨ ਤੌਰ 'ਤੇ ਜੋ ਵੀ ਇਸ ਧਰਤੀ 'ਤੇ ਚੀਜ਼ ਜੀਵ ਪੈਦਾ ਹੋਇਆ ਭਾਈ, ਉਹਨੇ ਸਰ ਪਰ ਖ਼ਤਮ ਹੋਣਾ ਇੱਕ ਦਿਨ, ਕਿਉਂਕਿ ਸਮਾਂ ਜਿਸ ਚੀਜ਼ ਨੂੰ ਪੈਦਾ ਕਰੂਗਾ ਉਹਨੂੰ ਖ਼ਤਮ ਕਰੂਗਾ। ਜੋ ਜਨਮੇ ਸੋ ਸਰ ਪਰ ਮਰਨਾ ਕਿਰਤ। ਹੁਣ ਆਹ ਜਿਹੜਾ ਸ਼ਬਦ ਆ ਕਿਰਤ, ਇਹਦਾ ਭਾਵ ਹੀ ਬੜਾ ਵਧੀਆ। ਇੱਕ ਤਾਂ ਕਿਰਤ ਜਿਹੜੀ ਅਸੀਂ ਕਾਰ ਕਰਦੇ ਹਾਂ, ਆਪਾਂ ਮਿਹਨਤ ਕਰਦੇ ਹਾਂ, ਜੋਬ ਕਰਦੇ ਹਾਂ, ਉਹ ਕਿਰਤ। ਹੁਣ ਇਹ ਕਿਰਤ ਜਿਹੜਾ ਸ਼ਬਦ ਆ ਇਹਦਾ ਮਤਲਬ ਆ ਸਕੈਜੂਅਲਡ। ਸਕੈਜੂਅਲਡ ਦਾ ਮਤਲਬ ਹੁੰਦਾ ਕਿ ਕਿਸੇ ਬੰਦੇ ਨੇ ਸਵੇਰੇ 9 ਵਜੇ ਜੋਬ ਸ਼ੁਰੂ ਕੀਤੀ ਤਾਂ ਇਹ ਕਿਹਾ ਵੀ ਭਾਈ ਤੂੰ 5 ਵਜੇ ਜੋਬ ਤੋਂ ਬਾਹਰ ਹੋ ਜਾਏਗਾ, ਅਤੇ ਇੱਕ ਵੀਕ ਪਹਿਲਾਂ ਕੋਈ ਚੀਜ਼ ਲਾ ਕੇ ਰੱਖ ਦੇਣੀ ਕਿ ਤੂੰ ਸਵੇਰੇ 9 ਵਜੇ ਕੰਮ ਸ਼ੁਰੂ ਕਰਨਾ ਅਤੇ 5 ਵਜੇ ਤੂੰ ਆਫਿਸ ਦੇ ਵਿੱਚੋਂ ਬਾਹਰ ਹੋ ਜਾਏਗਾ। ਜਿਹੜਾ 5 ਵਜੇ ਬਾਹਰ ਹੋਣ ਦਾ ਸਕੈਜੂਅਲਡ ਇੱਕ ਹਫ਼ਤਾ ਪਹਿਲਾਂ ਲੱਗਿਆ ਹੋਇਆ, ਇਸ ਨੂੰ ਮਹਾਰਾਜ ਕਿਰਤ ਕਹਿੰਦੇ ਆ। ਕਹਿੰਦੇ ਜੋ ਜਨਮੇ ਸੋ ਸਰ ਪਰ ਮਰਨਾ। ਜਿਹੜਾ ਜੀਵ ਪੈਦਾ ਹੋਇਆ ਉਹਦਾ ਸਕੈਜੂਅਲਡ ਉਹਦੇ ਮੱਥੇ ਦੇ ਉੱਤੇ ਲਿਖਿਆ ਹੋਇਆ, ਜੋ ਜਨਮੇ ਸੋ ਸਰ ਪਰ ਮਰਨਾ ਕਿਰਤ ਭਇਆ। ਕਿਰਤ ਭਾਵ ਉਹਦੇ ਮੱਥੇ 'ਤੇ ਲਿਖਿਆ ਹੋਇਆ, ਕਿਰਤ ਭਇਆ ਸਿਰ। ਸਿਰ ਦੇ ਮੱਥੇ ਦੇ ਉੱਤੇ ਕੀ ਲਿਖਿਆ ਹੋਇਆ? ਸਾਹਾਰੇ। ਸਾਹਾ ਲਿਖਿਆ ਹੋਇਆ, ਉਹਦੇ ਵਿਆਹ ਦਾ ਦਿਨ ਲਿਖਿਆ ਹੋਇਆ, ਭਾਵ ਕਿ ਉਹਦੀ ਮੌਤ ਦਾ ਦਿਨ ਲਿਖਿਆ ਹੋਇਆ। ਮਹਾਰਾਜ ਕਹਿੰਦੇ ਕੋਈ ਨਾ ਮਿਟੈ ਪ੍ਰਭ ਕਾ ਕੀਆ, ਦੂਸਰ ਨਾਹੀਂ ਅਲੋਈਏ। ਹੁਣ ਜਦੋਂ ਉਹ ਅਕਾਲ ਪੁਰਖ ਇੱਕੋ ਆ ਅਤੇ ਉਹਦੇ ਬਰਾਬਰ ਕੋਈ ਹੈ ਨਹੀਂ, ਤਾਂ ਆਪਾਂ ਹੁਣ ਕਿਹਦੇ ਕੋਲੇ ਜਾ ਕੇ ਫਰਿਆਦ ਕਰ ਸਕਦੇ ਹਾਂ? ਰੋਵਾਂਗੇ। ਨਾਲੇ ਰੋਣ ਦੇ ਨਾਲ ਕੀ ਬਣ ਜਾਏਗਾ? ਇਹ ਇਨਸਾਨ ਨੂੰ ਮਹਾਰਾਜ ਦੱਸਦੇ ਆ ਕਿ ਤੂੰ ਚਿੰਤਾ ਤੋਂ ਭਾਈ ਮੁਕਤ ਹੋ ਕੇ ਜੀ, ਤੂੰ ਇੱਕ ਜੀਵਨ ਸ਼ੁਕਰਾਨੇ ਭਰਿਆ ਜੀਵਨ ਜੀ, ਤੂੰ ਇੱਕ ਉਸ ਵਾਹਿਗੁਰੂ ਦੇ ਪ੍ਰਤੀ ਆਪਣਾ ਚੜ੍ਹਦੀ ਕਲਾ ਵਾਲਾ ਜੀਵਨ ਜੀ। ਮਤਾ ਕਰੇ। ਗੁਰੂ ਅਰਜਨ ਦੇਵ ਜੀ ਨੇ ਬਹੁਤ ਖੂਬਸੂਰਤ ਸਾਨੂੰ ਸਮਝਾਈਆਂ ਨੇ ਗੱਲਾਂ। ਕਹਿੰਦੇ ਮਤਾ ਕਰੈ ਪੱਛਮ ਕੇ ਤਾਈਂ। ਇੱਕ ਬੰਦਾ ਮਤਾ ਕਰਦਾ, ਮਤਾ ਦਾ ਮਤਲਬ ਸਲਾਹ ਕਰਦਾ ਕਿ ਮੈਂ ਪੱਛਮ ਨੂੰ ਜਾਣਾ ਆ, ਪਰ ਉਹ ਖੇਡ ਇਹੀ ਜਿਹੀ ਬਣਦੀ ਆ ਪੂਰਬ ਹੀ ਲੈ ਜਾਤ। ਉਹ ਪੂਰਬ ਵਾਲੇ ਪਾਸੇ ਨੂੰ ਲੈ ਜਾਂਦਾ। ਉਹ ਜਾਂਦਾ ਡਾਇਰੈਕਸ਼ਨ ਕੋਈ ਹੋਰ, ਘਰੋਂ ਕੁਛ ਹੋਰ ਤਿਆਰ ਕਰਕੇ ਜਾਂਦਾ, ਪਰ ਰਸਤੇ ਵਿੱਚ ਜਾਂਦੇ ਜਾਂਦੇ ਕੁਛ ਹੋਰ ਹੋ ਜਾਂਦਾ। ਇਹ ਉਸ ਵਾਹਿਗੁਰੂ ਦੀ ਇੱਕ ਖੇਲ ਆ। ਪਰ ਜੇ ਤੈਨੂੰ ਇਹ ਸਮਝ ਲੱਗਦੀ ਆ ਗੱਲ ਕਿ ਜੋ ਕੁਛ ਹੋ ਰਿਹਾ ਉਸ ਵਾਹਿਗੁਰੂ ਦੇ ਭਾਣੇ ਦੇ ਵਿੱਚ ਹੋ ਰਿਹਾ, ਅਤੇ ਮੈਂ ਕੀ ਕਰਨਾ, ਮੈਨੂੰ ਉਸ ਪਰਮਾਤਮਾ ਦਾ ਧਿਆਨ ਰੱਖਣਾ ਚਾਹੀਦਾ, ਉਸ ਦਾ ਸ਼ੁਕਰਾਨਾ ਕਰਨਾ ਚਾਹੀਦਾ ਕਿ ਜੇ ਅੱਜ ਮੇਰੇ ਨਾਲ ਕੋਈ ਭਲਾ ਹੋ ਗਿਆ ਤਾਂ ਵਾਹਿਗੁਰੂ ਤੇਰਾ ਸ਼ੁਕਰ ਹੈ, ਅਤੇ ਜੇ ਕੋਈ ਕੱਲ੍ਹ ਨੂੰ ਕੋਈ ਨੁਕਸਾਨ ਵੀ ਹੋ ਗਿਆ ਤਾਂ ਵੀ ਮੈਨੂੰ ਉਸ ਵਾਹਿਗੁਰੂ ਦਾ ਸ਼ੁਕਰਾਨਾ ਕਰਨਾ ਚਾਹੀਦਾ। ਕੋਈ ਖੁਸ਼ੀ ਆ ਗਈ, ਮੈਨੂੰ ਵਾਹਿਗੁਰੂ ਦਾ ਸ਼ੁਕਰਾਨਾ ਕਰਨਾ ਚਾਹੀਦਾ, ਖੁਸ਼ੀ ਵਿੱਚ ਸ਼ੁਕਰਾਨਾ ਕਰਨਾ ਚਾਹੀਦਾ, ਕਿਉਂਕਿ ਜਦੋਂ ਅਸੀਂ ਖੁਸ਼ੀ ਵਿੱਚ ਸ਼ੁਕਰਾਨਾ ਕਰਾਂਗੇ ਫਿਰ ਉਹ ਖੁਸ਼ੀ ਦੁੱਖ 'ਚ ਕਦੇ ਨਹੀਂ ਬਦਲੂਗੀ। ਖੁਸ਼ੀ ਸਾਡੀ ਦੁੱਖ ਦੇ ਵਿੱਚ ਉਦੋਂ ਹੀ ਬਦਲਦੀ ਆ ਜਦੋਂ ਅਸੀਂ ਖੁਸ਼ੀ ਵਿੱਚ ਪਰਮਾਤਮਾ ਨੂੰ ਭੁੱਲ ਜਾਂਦੇ ਹਾਂ। ਦਾਤ ਪਿਆਰੀ ਵਿਸਰਿਆ ਦਾਤਾਰਾ। ਮਹਾਰਾਜ ਕਹਿੰਦੇ ਖਿਨ ਮੈਂ ਥਾਪ। ਉਹ ਜਿਹੜਾ ਪਰਮਾਤਮਾ ਖਿਨ ਦੇ ਵਿੱਚ ਤੈਨੂੰ ਥਾਪ ਸਕਦਾ ਅਤੇ ਉਥਾਪਣ ਹਾਰਾ,
ਉਹ ਥਾਪਣ ਉਹ ਪੱਟ ਵੀ ਦਿੰਦਾ ਆ। ਇਸ ਕਰਕੇ ਆਪਨ ਹਾਥ ਮਤਾਤ ਹੁੰਦਾ ਫੈਸਲਾ। ਉਹ ਫੈਸਲਾ ਵਾਹਿਗੁਰੂ ਨੇ ਆਪਦੇ ਹੱਥ ਵਿੱਚ ਰੱਖਿਆ ਹੋਇਆ। ਉਹ ਫੈਸਲਾ ਪਰਮਾਤਮਾ ਨੇ ਆਪਦੇ ਹੱਥ ਵਿੱਚ ਰੱਖਿਆ ਹੋਇਆ, ਜਿਹੜਾ ਤੈਨੂੰ ਪੈਦਾ ਕਰ ਸਕਦਾ, ਤੈਨੂੰ ਪੱਟ ਵੀ ਸਕਦਾ। ਆਪਨ ਹਾਥ ਮਤਾਤ, ਸਿਆਣਪ ਤੂੰ ਜਿੰਨੀਆਂ ਮਰਜ਼ੀ ਲਾਈ ਚੱਲ, ਸਹਿਸ ਹਜ਼ਾਰ, ਸਿਆਣਪਾਂ ਲੱਖ, ਮਲਟੀਪਲਾਈ ਹਜ਼ਾਰ ਨੂੰ ਤੁਸੀਂ ਲੱਖ ਨਾਲ ਮਲਟੀਪਲਾਈ ਕਰ ਲਓ। ਮਹਾਰਾਜ ਕਹਿੰਦੇ ਨੇ ਕਿ 1000 ਨੂੰ ਲੱਖ ਨਾਲ ਮਲਟੀਪਲਾਈ ਕਰੀ, ਸਹਿਸ ਸਿਆਣਪਾ ਸਹਿਸ ਹਜ਼ਾਰ, ਲੱਖ ਹੋਹੇ ਉਹ ਜਿੰਨੀਆਂ ਬਣੀਆਂ, ਹਜ਼ਾਰ ਲੱਖ ਨਾਲ ਮਲਟੀਪਲਾਈ ਕਰਕੇ ਇੱਕ ਨਾ ਚੱਲੇ ਨਾਲ, ਉਹਨਾਂ 'ਚੋਂ ਇੱਕ ਨਹੀਂ ਨਾਲ ਚੱਲਦੀ, ਕਿਉਂਕਿ ਆਪਨ ਹਾਥ ਮਤਾਤ ਫੈਸਲਾ ਪਰਮਾਤਮਾ ਨੇ ਆਪਣੇ ਹੱਥ ਵਿੱਚ ਰੱਖਿਆ ਹੋਇਆ। ਬੀਓ ਪੂਛ ਨਾ ਮਸਲਤ ਧਰੇ, ਬੀਓ ਹੁੰਦਾ ਦੂਜੇ ਨੂੰ। ਜੇ ਕੋਈ ਦੂਜਾ ਹੋਵੇ ਤਾਂ ਉਹ ਪੁੱਛੂਗਾ ਨਾ, ਉਹ ਦੂਜੇ ਤੋਂ ਪੁੱਛ ਕੇ ਮਸਲਤ ਨਹੀਂ ਧਰਦਾ। ਜੋ ਕੁਛ ਕਰੇ ਸੋ ਆਪੇ ਕਰੇ। ਜਿਹਨੂੰ ਉਹਨੇ ਜੀਵਨ ਦੇਣਾ, ਜਿਹਨੂੰ ਉਹਨੇ ਜੀਵਨ ਲੈਣਾ, ਉਹਨੇ ਦੂਜੇ ਨੂੰ ਨਹੀਂ ਪੁੱਛਣਾ ਹੈਗਾ, ਉਹਨੇ ਆਪਦੀ ਕਆਈ 'ਤੇ ਕਰਨਾ। ਜੋ ਅਨਰੂਪਿਓ ਕਾਹੂ ਕਾਮਨਾਤ, ਤੇਰੀਆਂ ਸਿਆਣਪਾਂ ਕਿਸੇ ਕੰਮ ਨਹੀਂ ਆਉਣੀਆਂ। ਜੋ ਅਨਰੂਪਿਓ ਨਿਰੰਤਰ ਰੂਪ ਦੇ ਵਿੱਚ, ਭਾਵ ਜੋ ਉਸ ਵਾਹਿਗੁਰੂ ਨੇ ਪਹਿਲਾਂ ਬਣਾਇਆ ਹੋਇਆ, ਠਾਕੁਰ ਅਕਾਲ ਪੁਰਖ ਪਰਮਾਤਮਾ ਨੇ ਮੇਰੇ ਵਾਹਿਗੁਰੂ ਨੇ ਜੋ ਪਹਿਲਾਂ ਅਨਰੂਪਿਆ ਹੋਇਆ ਭਾਈ, ਹੋਈ ਰਹੀ ਉਹ ਬਾਤ, ਨਰ ਚਾਹਤ ਕੱਛ ਔਰ, ਬੰਦਾ ਸੋਚਦਾ ਕੁਛ ਹੋਰ ਆ, ਚਾਹੁੰਦਾ ਕੁਛ ਹੋਰ ਆ, ਔਰੇ ਕੀ, ਉਹ ਜਿਹੜਾ ਨਰ ਚਾਹਤ ਕੱਛ ਔਰ ਸੋਚਿਆ ਉਹਨੇ ਕੁਛ ਹੋਰ, ਔਰੇ ਕੀ ਜਿਹੜਾ ਔਰ ਉਹਦੇ ਉਲਟ, ਔਰੇ ਕੀ ਔਰੇ ਭਈ, ਉਹਦੇ ਵੀ ਉਲਟ ਗੱਲ ਹੋ ਗਈ। ਚਿੱਤਵਤ ਆ ਜਿਹੜੀਆਂ ਮਨ ਵਿੱਚ ਬਣਾਈਆਂ ਹੋਈਆਂ ਤੀਆਂ ਨਾ ਮਤਾਤਾਂ, ਮਤੇ ਬਣਾਏ ਹੋਏ ਸੀ, ਇੱਦਾਂ ਕਰਾਂਗੇ ਹੈ ਨਾ। ਮਹਾਰਾਜ ਕਹਿੰਦੇ ਨਰ ਚਾਹਤ ਕੱਛ ਔਰੇ ਕੀ ਔਰੇ ਭਈ, ਚਿੱਤਵਤ ਗਇਓ ਠਗੌਰ, ਨਾਨਕ ਫਾਸੀ ਗਲ ਪਰੀ। ਤੂੰ ਦੁਖੀ ਕਦੋਂ ਹੁੰਨਾ, ਤੈਨੂੰ ਦੁਖੀ ਕਰਦੀਆਂ ਨੇ ਆਹ ਸਿਆਣਪਾਂ, ਤੇਰੀ ਅਕਲ, ਤੇਰੀ ਮੈਂ ਜਿਹੜੀ ਤੈਂ ਆਹ ਚੁੰਝ ਚਰਚਾ ਜੀ ਤੂੰ ਕਰਦਾ ਨਾ, 4 ਕਿਤਾਬਾਂ ਪੜ੍ਹ ਕੇ ਹੈ ਨਾ, ਜਿਹੜੀਆਂ ਤੂੰ ਸਿਆਣਪਾਂ ਇਕੱਠੀਆਂ ਕਰੀਆਂ ਹੋਈਆਂ ਨੇ। ਕਾਹੂ ਕਾਮਨਾਤ, ਸਾਡੀ ਬਾਣੀ ਦੇ ਵਿੱਚ ਪੜ੍ਹਾਈ ਦਾ ਬਹੁਤ ਉੱਚਾ ਦਰਜਾ ਦਿੱਤਾ, ਬਹੁਤ ਉੱਚਾ। ਵਿਦਿਆ ਵਿਚਾਰੀ ਤਾਂ ਪਰਉਪਕਾਰੀ, ਵਿਦਿਆ ਨੂੰ ਵਿਚਾਰ ਕੇ ਤੂੰ ਪਰਉਪਕਾਰ ਦੇ ਵਿੱਚ ਜਾ। ਤੇ ਮਹਾਰਾਜ ਕਹਿੰਦੇ ਕਿ ਤੇਰੀ ਪੜ੍ਹਾਈ ਨਾਨਕ ਲੇਖੈ ਇੱਕ ਗੱਲ, ਜੇ ਤੇਰੀਆਂ ਬਹੁਤ ਸਾਰੀਆਂ ਕਿਤਾਬਾਂ ਪੜ੍ਹ ਕੇ, ਬਹੁਤ ਸਾਰੀ ਐਜੂਕੇਸ਼ਨ ਕਰਕੇ, ਜੇ ਤੇਰੀ ਪੜ੍ਹਾਈ ਦੇ ਵਿੱਚ, ਤੇਰੇ ਹਿਰਦੇ ਵਿੱਚ ਉਸ ਵਾਹਿਗੁਰੂ ਦੀ ਇੱਕ ਗੱਲ ਆ ਗਈ ਨਾ ਯਾਦ, ਨਾਨਕ ਲੇਖੈ ਇੱਕ ਗੱਲ। ਜੇ ਪੜ੍ਹਾਈਆਂ ਪੜ੍ਹ ਕੇ ਪਰਮਾਤਮਾ ਨਾਲ ਤੈਨੂੰ ਯਾਦ ਆਇਆ, ਉਹ ਪੜ੍ਹਾਈਆਂ ਤੇਰੀਆਂ ਬੇਕਾਰ ਹੋ ਜਾਣਗੀਆਂ। ਪਰ ਜੇ ਪੜ੍ਹਾਈਆਂ ਪੜ੍ਹ ਕੇ ਤੈਨੂੰ ਵਾਹਿਗੁਰੂ ਦਾ ਸ਼ੁਕਰਾਨਾ ਕਰਨਾ ਆ ਗਿਆ, ਉਹ ਪੜ੍ਹਾਈਆਂ ਵੀ ਤੇਰੀਆਂ ਸਫਲ ਹੋ ਜਾਣੀਆਂ ਨੇ। ਸੋ ਮਹਾਰਾਜ ਕਹਿੰਦੇ ਜਿਹੜੀ ਤੇਰੀਆਂ ਸਿਆਣਪਾਂ ਨੇ ਨਾ ਇੰਨੀਆਂ ਤੇਰੀਆਂ, ਇਹ ਕਿਸੇ ਕੰਮ ਨਹੀਂ ਆਉਂਦੀਆਂ। ਇਸ ਕਰਕੇ ਜੋ ਉਸ ਪਰਮਾਤਮਾ ਨੇ ਕਰਿਆ ਹੋਇਆ ਨਾ, ਹੋਣਹਾਰ ਸੋ ਹੋਈ ਹੈ। ਮਹਾਰਾਜ ਕਹਿੰਦੇ ਕਿ ਦੇਸ ਕਮਾਵਨ ਧਨ ਜੋਰਨ ਕੀ ਮਨਸਾ, ਹਰੇਕ ਇਨਸਾਨ ਦੇ ਮਨ ਵਿੱਚ ਹੁੰਦੀ ਆ ਮੈਂ ਪੈਸਾ ਇਕੱਠਾ ਕਰਾਂ। ਦੇਸਾਂ ਦੇ ਵਿੱਚ ਉਹ ਦੇਸ ਨੂੰ ਛੱਡ ਕੇ ਪਰਦੇਸ ਦੇ ਵਿੱਚ ਜਾਂਦਾ। ਦੇਸ ਕਮਾਵਨ ਧਨ ਜੋਰਨ ਕੀ ਮਨਸਾ, ਬੀਚੇ ਨਿਕਸੇ ਸਾਸ, ਉੱਥੇ ਗਏ ਹੋਏ ਦੇ ਸਵਾਸ ਨਿਕਲ ਜਾਂਦੇ ਨੇ। ਲਸ਼ਕਰ ਹੁੰਦੀਆਂ ਨੇ ਫੌਜਾਂ, ਨੇਬ ਜਿਹੜੇ ਚੋਬਦਾਰ ਖੜੇ ਹੁੰਦੇ ਨੇ ਹੈ ਨਾ, ਖਵਾਸ ਤੇ ਜਿਹੜੇ ਚੌਰ ਕਰਦੇ ਹੁੰਦੇ ਆ, ਖਵਾਸ ਉਹਨਾਂ ਨੂੰ ਕਹਿੰਦੇ ਨੇ। ਸਭ ਤਿਆਗੇ ਜਮਪੁਰ ਉੱਠ ਸਿਧਾਸ, ਉੱਠ ਕੇ ਬੰਦਾ ਚਲਾ ਜਾਂਦਾ ਸੰਸਾਰ ਤੋਂ। ਮਹਾਰਾਜ ਕਹਿੰਦੇ ਨੇ ਕਿ ਹੋਏ ਅਨਿੰਨ ਮਨ ਹੱਠ ਕੀ ਦ੍ਰਿੜਤਾ। ਕਈ ਵਾਰੀ ਇਨਸਾਨ ਨੂੰ ਇਸ ਗੱਲ ਦਾ ਭਰਮ ਬਣ ਜਾਂਦਾ ਕਿ ਦਾ ਵੇ ਮੈਂ ਕਰਦਾ ਉਹ ਹੀ ਠੀਕ ਆ, ਜਿਹੜਾ ਮੇਰਾ ਪਾਠ ਕਰਨ ਦਾ ਤਰੀਕਾ ਉਹ ਹੀ ਠੀਕ ਆ। ਮਨ ਹੱਠ ਕਰ ਲੈਂਦਾ ਇਨਸਾਨ, ਮੈਂ ਬਹੁਤ ਵੱਡਾ ਭਗਤ ਹਾਂ, ਆਪ ਸਕੋ ਜਾਨਾਤ। ਫਿਰ ਉਹ ਆਪਦੇ ਆਪ ਨੂੰ ਨਾ ਵੱਡਾ ਹੁੰਦਾ ਤਾਂ ਮਿਹਨਤ ਤਾਂ ਕਰਦਾ ਅਗਲਾ ਹੈ ਨਾ, ਇਹ ਨਹੀਂ ਵੀ ਉਹਨੇ ਮਿਹਨਤ ਨਹੀਂ ਕੀਤੀ ਹੁੰਦੀ। ਉਹ ਮਿਹਨਤ ਦੇ ਵਿੱਚੋਂ, ਮਨ ਹੱਠ ਦੇ ਵਿੱਚੋਂ ਇੱਕ ਹੰਕਾਰ ਖੜਾ ਹੋ ਜਾਂਦਾ। ਫਿਰ ਆਪਸ ਕੋ ਜਾਨਾਤ, ਉਹ ਬੰਦਾ ਆਪਦੇ ਆਪ ਨੂੰ ਕੁਛ ਸਮਝਣ ਲੱਗ ਜਾਂਦਾ ਅਤੇ ਉਹ ਆਪਦੇ ਭੈਣ ਭਰਾਵਾਂ ਨੂੰ, ਦੂਜਿਆਂ ਨੂੰ ਕੁਛ ਨਹੀਂ ਜਾਣਦਾ ਔਰ ਉਹਨਾਂ ਨੂੰ ਮਤਲਬ ਨੀਵੇਂ ਸਮਝਣ ਲੱਗ ਜਾਂਦਾ, ਜਿਹੜੀ ਕਿ ਮਾੜੀ ਗੱਲ ਆ। ਗੁਰੂ ਸਾਹਿਬ ਸਾਨੂੰ ਇਹ ਸਮਝਾਉਂਦੇ ਆ, ਸੋ ਅਨਿੰਦ ਨਿੰਦ ਕਰ ਛੋਡਿਓ। ਕਈ ਵਾਰੀ ਅਸੀਂ
ਕਿਸੇ ਇਨਸਾਨ ਦੇ ਬਾਹਰੀ ਭੇਸ ਭੂਸ਼ਾ ਤੋਂ ਉਹਦੀ ਜੱਜਮੈਂਟ ਕਰਕੇ ਉਹਨੂੰ ਉਹਦੇ ਬਾਰੇ ਕੋਈ ਖਿਆਲ ਜੇ ਪੈਦਾ ਕਰਕੇ ਉਹਨੂੰ ਛੱਡ ਦਿੰਦੇ ਹਾਂ, ਅਤੇ ਜਿਹੜਾ ਸਾਨੂੰ ਨਹੀਂ ਕਰਨਾ ਚਾਹੀਦਾ। ਅਤੇ ਆਪ ਨੜੇ ਗਰੀਬਾਨ ਮੈਂ ਸਿਰ ਨੀਵਾਂ ਕਰ ਦੇਖ, ਸਾਨੂੰ ਆਪਦੇ ਗਰੀਬਾਨ ਦੇ ਵਿੱਚ ਨੀਵਾਂ ਸਿਰ ਕਰਕੇ ਦੇਖਣਾ ਚਾਹੀਦਾ। ਜੋ ਅਨਿੰਦ ਨਿੰਦ ਕਰ ਛੋਡਿਓ। ਉਂਝ ਹੀ ਕਿਸੇ ਬਾਰੇ ਇੱਕ ਧਾਰਨਾ ਜੀ ਬਣਾ ਲੈਂਦੇ ਹਾਂ ਕਿ ਉਹਨੂੰ ਸਟੱਡੀ ਨਹੀਂ ਕਰਦੇ, ਉਸ ਇਨਸਾਨ ਬਾਰੇ ਜਾਣਦੇ ਨਹੀਂ ਕਿ ਉਹਦੇ ਵਿੱਚ ਕੀ ਗੁਣ ਨੇ, ਪਰ ਉਹਨੂੰ ਉੱਦਾਂ ਹੀ ਛੱਡ ਦਿੰਦੇ ਹਾਂ। ਸੋਈ ਫਿਰ ਖਾਤ। ਮਹਾਰਾਜ ਕਹਿੰਦੇ ਵੀ ਫਿਰ ਉਸੇ ਇਨਸਾਨ ਕੋਲੇ ਦੁਬਾਰਾ ਫਿਰ ਤੈਨੂੰ ਵਰਤਣਾ ਪੈਂਦਾ, ਇਸ ਕਰਕੇ ਤੈਨੂੰ ਆਪਦੇ ਮੂੰਹ ਦੀ ਖਾਣੀ ਪੈ ਗਈ, ਇਹਦਾ ਮਤਲਬ ਹੈ ਨਾ। ਸੋ ਬਾਬਾ ਜੀ ਕਹਿੰਦੇ ਨੇ ਵੀ ਤੂੰ ਆਪਦੇ ਜੀਵਨ ਨੂੰ ਢਿੱਲਾ ਛੱਡ, ਤੂੰ ਇੰਨਾ ਵੀ ਨਾ ਕੱਸ ਕਿ ਤੂੰ ਕੱਟੜਵਾਦ 'ਚ ਵੜ ਜਾਏ, ਤੂੰ ਇੰਨਾ ਵੀ ਨਾ ਢਿੱਲਾ ਛੱਡ ਕਿ ਤੂੰ ਕੁਛ ਵੀ ਨਾ ਕਰੇ। ਤੂੰ ਆਪਦੇ ਇੱਕ ਆਨੰਦਮਈ ਸ਼ੁਕਰਾਨੇ ਦੇ ਵਿੱਚ ਰਹਿ। ਸ਼ੁਕਰਾਨੇ ਦੇ ਵਿੱਚ ਜਿਵੇਂ ਜੀਵਨ ਚੱਲ ਰਿਹਾ ਉਹਦੇ ਵਿੱਚੋਂ ਦੇਖ ਉਹ ਪਰਮਾਤਮਾ ਤੇਥੋਂ ਕੀ ਕਰਵਾ ਰਿਹਾ। ਮਹਾਰਾਜ ਕਹਿੰਦੇ ਸਹਿਜ ਸੁਭਾਏ ਭਏ ਕਿਰਪਾਲਾ, ਜਿਹੜੇ ਸਹਿਜ ਦੇ ਵਿੱਚ ਆ ਗਏ, ਇੱਕ ਸ਼ੁਕਰਾਨੇ ਭਰੇ ਜੀਵਨ ਵਿੱਚ ਆ ਗਏ, ਜਿਨ੍ਹਾਂ ਨੇ ਗੁਰੂ ਦੀ ਬਾਣੀ ਨੂੰ ਮੰਨਿਆ, ਸਮਝਿਆ, ਵਿਚਾਰਿਆ। ਤਿਸ ਜਨ ਕੀ ਕਾਟੀ ਫਾਸ, ਕਹੋ ਨਾਨਕ ਗੁਰਪੂਰਾ ਭੇਟਿਓ, ਪ੍ਰਵਾਨ ਗ੍ਰਸਤ ਉਦਾਸ। ਅਸਲ ਦੇ ਵਿੱਚ ਭਾਈ ਗ੍ਰਸਤ ਜੀਵਨ ਨੂੰ ਸਭ ਤੋਂ ਉੱਚਾ ਕਿਹਾ, ਉਹ ਪ੍ਰਵਾਨ ਹੋ ਗਏ। ਕਿੱਥੇ ਪ੍ਰਵਾਨ ਹੋ ਗਏ? ਗ੍ਰਸਤ ਜੀਵਨ ਦੇ ਵਿੱਚ। ਜਿਨ੍ਹਾਂ ਨੇ ਆਪਦੇ ਆਪ ਨੂੰ ਟਾਈਟ ਨਹੀਂ ਕੀਤਾ, ਜਿਨ੍ਹਾਂ ਨੇ ਆਪਦੇ ਆਪ ਨੂੰ ਢਿੱਲਾ ਵੀ ਨਹੀਂ ਛੱਡਿਆ ਹੈਗਾ। ਕਹੋ ਨਾਨਕ ਗੁਰਪੂਰਾ ਭੇਟਿਓ। ਸੋ ਮਹਾਰਾਜ ਨੇ ਸਾਨੂੰ ਦੱਸਿਆ ਕਿ ਜਿਹੜਾ ਗ੍ਰਸਤ ਜੀਵਨ ਆ, ਜੋ ਸਹਿਜ ਵਿੱਚ ਚੱਲ ਰਿਹਾ ਉਸ ਨੂੰ ਉਸ ਤਰ੍ਹਾਂ ਚੱਲੀ ਜਾਣ ਦਿਓ, ਪਰ ਤੁਸੀਂ ਸ਼ੁਕਰਾਨੇ ਦੇ ਵਿੱਚ ਜ਼ਰੂਰ ਜੁੜ ਕੇ ਰਹੋ। ਗੁਰਬਾਣੀ ਨੂੰ ਜੀਵਨ ਦੇ ਵਿੱਚ ਲੈ ਕੇ ਆਓ, ਗੁਰਬਾਣੀ ਨੂੰ ਵਿਚਾਰੋ, ਪੜ੍ਹੋ ਅਤੇ ਬੋਲਣ ਲੱਗੇ ਕੋਸ਼ਿਸ਼ ਕਰੋ ਕਿ ਗੁਰਬਾਣੀ ਹੀ ਬੋਲੀ ਜਾਵੇ। ਸੁਣਨ ਵੇਲੇ ਕੋਸ਼ਿਸ਼ ਕਰੋ ਕਿ ਗੁਰਬਾਣੀ ਹੀ ਸੁਣੀ ਜਾਵੇ, ਕਿਉਂਕਿ ਬਾਬਾ ਜੀ ਨੇ ਸਾਨੂੰ ਬਹੁਤ ਕੁਛ ਸਮਝਾਇਆ ਕਿ ਆਪਣਾ ਭਲਾ ਸਭ ਕੋਈ ਬਾਛੇ, ਸੋ ਕਰੇ ਜੇ ਮੇਰੇ ਚਿੱਤ ਨਾ ਚਿਤੈਨੀ। ਕਿਉਂਕਿ ਉਹ ਪਰਮਾਤਮਾ ਉਹ ਕਰਦਾ ਜੋ ਤੇਰੇ ਚਿੱਤ ਦੇ ਵਿੱਚ ਵੀ ਚਿਤੈਨੀ ਨਹੀਂ ਸੀ ਹੈਗੀ। ਅਨਕ ਉਪਾਵ ਚਿਤ ਵੀ ਇਹ ਬਹੁਤ ਤੇਰੇ, ਸਾ ਹੋਵੇ ਜੇ ਬਾਤ ਹੈ ਵੈਨੀ। ਹੋ ਕੇ ਉਹੀ ਰਹਿੰਦਾ ਜੋ ਉਸ ਪਰਮਾਤਮਾ ਨੇ ਕਰਨਾ ਆ। ਪਰ ਸਾਡੇ ਲਈ ਕੀ ਹੁਕਮ ਆ ਮਹਾਰਾਜ ਜੀ? ਤੁਸੀਂ ਸਾਨੂੰ ਕੀ ਕਹਿਣਾ ਚਾਹੁੰਦੇ ਹੋ? ਫਿਰ ਇਸ ਜਿਹੜੀ ਹੋਣਹਾਰ ਦੀ ਅਸੀਂ ਵਿਚਾਰ ਕੀਤੀ ਆ, ਇਹਦੇ ਬਾਰੇ ਸਾਨੂੰ ਕੀ ਸਮਝਾਉਣਾ ਚਾਹੁੰਦੇ ਹੋ? ਅਤੇ ਮਹਾਰਾਜ ਕਹਿੰਦੇ ਭਾਈ ਚਿੰਤਾ ਨਾ ਕਰਿਆ ਕਰ, ਤੂੰ ਬਿਨਾਂ ਮਤਬਲ ਤੋਂ ਚਿੰਤਾ ਨਾ ਕਰਿਆ ਕਰ। ਮਨ ਕੀ ਮੱਤ, ਇਹਦੇ ਵਿੱਚੋਂ ਤੂੰ ਜਿਹੜੀ ਤੇਰੇ ਮਨ ਦੀ ਦੁਰਮੱਤ ਤੂੰ ਇਕੱਠੀ ਕਰੀ ਫਿਰਦਾ ਨਾ, ਮਨ ਕੀ ਮੱਤ ਤਿਆਗੋ ਹਰ ਜਨਮ, ਬਸ ਆਹ ਛੱਡ ਦੇ। ਪਰ ਇਹ ਇੰਨੀ ਸੌਖੀ ਨਹੀਂ ਹੈਗੀ। ਇਹ ਬਾਤ ਕਠੈਨੀ, ਇਹ ਕਠੈਨੀ ਬਾਤ ਆ, ਭਾਵ ਕਠਨ ਗੱਲ ਆ। ਤੂੰ ਆਪਦੇ ਮਨ ਦੀ ਮੱਤ ਛੱਡ ਦੇਵੇਂ। ਪਰ ਗੁਰੂ ਜੀ ਮੂਹਰੇ ਅਰਦਾਸ ਕਰਿਆ ਕਰ, ਬੇਨਤੀ ਕਰਿਆ ਕਰ ਕਿ ਪਰਮਾਤਮਾ ਇਹ ਮੇਰੀ ਜਿਹੜੀ ਮਨ ਦੀ ਮੱਤ ਆ, ਇਸ ਨੂੰ ਤੂੰ ਖੁਦ ਛਡਵਾ ਦੇ। ਮੈਂ ਤਿਆਰ ਹਾਂ ਛੱਡਣ ਨੂੰ, ਮੈਂ ਆਪਦੀ ਰਜਾਮੰਦੀ ਦਿੰਦਾ ਤੈਨੂੰ ਪਰਮਾਤਮਾ ਜੀ, ਮੈਨੂੰ ਇਹ ਮੱਤ ਛਡਵਾ ਦੇ। ਫਿਰ ਉਹ ਤੈਨੂੰ ਹੌਲੀ ਹੌਲੀ ਆਹ ਹੁਕਮ ਦੇ ਵਿੱਚ ਲੈ ਕੇ ਆਊਗਾ ਕਿ ਅਨ ਦਿਨ ਹਰ ਨਾਮ ਤੇ ਆਵੋ। ਭਾਈ ਜਦੋਂ ਉੱਠਦੇ ਬਹਿੰਦੇ ਸੌਂਦੇ ਜਾਗਦੇ ਕੀ ਕਰ? ਵਾਹਿਗੁਰੂ 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 ਵਾਹਿਗੁਰੂ, ਹਰ ਨਾਮ ਧਿਆਵੋ, ਗੁਰ ਸਤਿਗੁਰ ਕੀ ਮੱਤ ਲੈਨੀ। ਆਹ ਮੱਤ ਲੈ। ਇੱਦਾਂ ਜਦੋਂ ਤੂੰ ਮੱਤ ਦੇ ਨਾਲ ਲੈ ਕੇ ਚੱਲੇਗਾ, ਫਿਰ ਤੈਨੂੰ ਕੋਈ ਹੋਣਹਾਰ ਸਤਾ ਨਹੀਂ ਸਕੂਗੀ। ਤੂੰ ਜਿਸ ਥਾਂ 'ਤੇ ਵੀ ਹੋਵੇਂਗਾ ਖੁਸ਼ ਰਹੇਂਗਾ, ਆਨੰਦਿਤ ਰਹੇਂਗਾ ਅਤੇ ਤੇਰਾ ਜੀਵਨ ਚੜ੍ਹਦੀ ਕਲਾ ਵੱਲ ਜਾਏਗਾ। ਗੁਰੂ ਮਹਾਰਾਜ ਕਿਰਪਾ ਕਰਨ। ਬੇਅੰਤ ਭੁੱਲਾਂ ਚੁੱਕਾਂ ਦੀ क्षमा ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਪਰ ਨ ਤੇਰੀ ਬਾਤੇ।